ਇੱਕ ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਰਦਾਰ ਸਵਰਨ ਸਿੰਘ ਹੀਰਾ ਸਾਬਕਾ ਪ੍ਰਧਾਨ ਨਗਰ ਕੌਂਸਲ ਖਰੜ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਜਿਨ੍ਹਾਂ ਵਿੱਚ ਸਰਦਾਰ ਸੁਖਪਾਲ ਸਿੰਘ ਹੀਰਾ, ਹਰਜੀਤ ਕੌਰ, ਕੁਲਦੀਪ ਸਿੰਘ ਹੀਰਾ, ਕਿਰਨਪਾਲ ਕੌਰ, ਹਰਦੀਪ ਕੌਰ ਬੈਨੀਪਾਲ, ਜਤਿੰਦਰਵੀਰ ਸਿੰਘ ਬੈਨੀਪਾਲ, ਜਸਪ੍ਰੀਤ ਸਿੰਘ ਹੀਰਾ, ਸੰਦੀਪ ਕੌਰ, ਜਸਰਾਜ ਸਿੰਘ ਹੀਰਾ, ਅਵਿਰਾਜ ਕੌਰ, ਅਨਮੋਲਵੀਰ ਸਿੰਘ ਬੈਨੀਪਾਲ, ਬ੍ਰਹਮ ਮੇਹਰ ਕੌਰ, ਵਾਰਿਸ ਸਿੰਘ ਹੀਰਾ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਅਨਾਜ ਮੰਡੀ ਖਰੜ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਸਰਦਾਰ ਸਵਰਨ ਸਿੰਘ ਹੀਰਾ ਜੀ ਦਾ ਜਨਮ ਪਿਤਾ ਸਰਦਾਰ ਬਖਸ਼ੀਸ਼ ਸਿੰਘ ਜੀ ਦੇ ਘਰ ਮਾਤਾ ਸਰਦਾਰਨੀ ਨਸੀਬ ਕੌਰ ਹੁਣਾਂ ਦੀ ਕੁੱਖੋਂ ਪਾਕਿਸਤਾਨ ਵਿਖੇ 10 ਅਪ੍ਰੈਲ 1944 ਨੂੰ ਹੋਇਆ। ਆਪ ਜੀ ਬਚਪਨ ਤੋਂ ਹੀ ਬਹੁਤ ਹੀ ਸੁਘੜ, ਸਿਆਣੇ, ਹੁਸ਼ਿਆਰ ਅਤੇ ਹੋਣਹਾਰ ਪ੍ਰਤਿਭਾ ਦੇ ਮਾਲਕ ਸਨ। ਆਪ ਜੀ ਨੇ ਆਪਣੀ 10ਵੀਂ ਤੱਕ ਦੀ ਪੜ੍ਹਾਈ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਤੋਂ ਪੰਜਾਬ ਵਿੱਚੋਂ ਫਸਟ ਪੋਜੀਸ਼ਨ ਪ੍ਰਾਪਤ ਕਰਕੇ ਹਾਸਿਲ ਕੀਤੀ। ਉਪਰੰਤ ਆਪ ਜੀ ਨੇ ਆਪਣੀ BSc ਐਗਰੀਕਲਚਰ ਸਨ 1966 ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਟੌਪਰ ਰਹਿ ਕੇ ਕੀਤੀ। ਪੜ੍ਹਾਈ ਪੂਰੀ ਕਰਨ ਉਪਰੰਤ ਆਪ ਜੀ ਨੂੰ ਸ਼ੂਗਰ ਮਿਲ ਜਗਾਦਰੀ ਵਿਖੇ ਨੌਕਰੀ ਮਿਲ ਗਈ, ਪਰ ਆਪ ਜੀ ਨੇ ਇਹ ਨੌਕਰੀ ਨਹੀਂ ਕੀਤੀ ਅਤੇ ਆਪ ਜੀ ਨੇ ਆਪਣੀ ਖੇਤੀਬਾੜੀ ਕਰਨ ਨੂੰ ਪਹਿਲ ਦਿੱਤੀ। ਆਪ ਜੀ ਨੇ ਖੇਤੀਬਾੜੀ ਵਿੱਚ ਨਵੀਆਂ ਤਕਨੀਕਾਂ ਲੈ ਕੇ ਆਂਦੀਆਂ ਅਤੇ ਆਪ ਜੀ ਸਬਜ਼ੀਆਂ ਅਤੇ ਫਲਾਂ ਦੀ ਖੇਤੀ ਕਰਿਆ ਕਰਦੇ ਸਨ ਅਤੇ ਆਪ ਜੀ ਨੇ ਆਪਣੇ ਕੰਮ ਨੂੰ ਇੰਨੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਆਪ ਜੀ ਪੰਜਾਬ ਦੇ ਪਹਿਲੇ 5 ਕਿਸਾਨਾਂ ਵਿੱਚ ਚੁਣੇ ਗਏ ਤੇ ਪੰਜਾਬ ਸਰਕਾਰ ਨੇ ਆਪ ਜੀ ਨੂੰ ਇਜ਼ਰਾਈਲ ਵਿਖੇ ਫਲਾਂ ਅਤੇ ਸਬਜ਼ੀਆਂ ਦੀ ਐਗਜ਼ੀਬਿਸ਼ਨ ਲਈ ਭੇਜਿਆ, ਜਿਸ ਵਿੱਚ ਆਪ ਜੀ ਦੀ ਪਰਫਾਰਮੈਂਸ ਬਹੁਤ ਹੀ ਵਧੀਆ ਰਹੀ। ਆਪ ਜੀ ਖੁਦ ਤਾਂ ਇੱਕ ਉੱਨਤ ਕਿਸਾਨ ਸਨ ਹੀ ਤੇ ਆਪ ਜੀ ਹੋਰ ਛੋਟੇ ਕਿਸਾਨਾਂ ਨੂੰ ਵੀ ਸਬਜ਼ੀਆਂ ਅਤੇ ਫਲਾਂ ਦੀ ਕਾਸ਼ਤ ਕਰਨ ਲਈ ਪ੍ਰੇਰਦੇ ਰਹਿੰਦੇ ਸਨ। ਆਪ ਜੀ ਦਾ ਵਿਆਹ ਸਨ 1959 ਵਿੱਚ ਸਰਦਾਰਨੀ ਜੋਗਿੰਦਰ ਕੌਰ ਹੁਣਾਂ ਨਾਲ ਹੋਇਆ। ਵਿਆਹ ਉਪਰੰਤ ਆਪ ਜੀ ਨੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਬਖੂਬੀ ਨਿਭਾਇਆ। ਆਪ ਜੀ ਦੇ ਘਰ 2 ਪੁੱਤਰਾਂ ਸੁਖਪਾਲ ਸਿੰਘ ਹੀਰਾ ਅਤੇ ਕੁਲਦੀਪ ਸਿੰਘ ਹੀਰਾ ਅਤੇ ਪੁੱਤਰੀ ਹਰਦੀਪ ਕੌਰ ਹੀਰਾ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਖੂਬ ਚੰਗੇ ਸੰਸਕਾਰ ਦਿੱਤੇ, ਪੜਾਇਆ ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ। ਆਪ ਜੀ ਦੀ ਬੇਟੀ ਹਰਦੀਪ ਕੌਰ ਹੀਰਾ ਕਿੱਤੇ ਵਜੋਂ ਅਧਿਆਪਿਕਾ ਹਨ ਅਤੇ ਆਪਣੇ ਸਹੁਰੇ ਘਰ ਸੁਖੀ ਵਿਆਹਤਾ ਜੀਵਨ ਬਤੀਤ ਕਰ ਰਹੇ ਹਨ, ਜਦੋਂ ਕਿ ਆਪ ਜੀ ਦੇ ਵੱਡੇ ਬੇਟੇ ਸਰਦਾਰ ਸੁਖਪਾਲ ਸਿੰਘ ਹੀਰਾ ਵੀ ਬਹੁਤ ਪੜ੍ਹੇ ਲਿਖੇ ਹਨ ਅਤੇ ਪੰਜਾਬ ਵਿਖੇ A ਕਲਾਸ ਆਫੀਸਰ ਸਨ, ਪਰ ਮੌਜੂਦਾ ਸਮੇਂ ਵਿੱਚ ਉਹ ਪਰਿਵਾਰ ਸਮੇਤ USA ਵਿਖੇ ਰਹਿ ਰਹੇ ਹਨ ਅਤੇ ਆਪਣੇ ਪਿਤਾ ਜੀ ਦੇ ਨਾਮ ਨੂੰ ਉੱਚਿਆਂ ਚੁੱਕ ਰਹੇ ਹਨ। ਆਪ ਜੀ ਦੇ ਛੋਟੇ ਬੇਟੇ ਸਰਦਾਰ ਕੁਲਦੀਪ ਸਿੰਘ ਹੀਰਾ ਉੱਘੇ ਸਮਾਜ ਸੇਵੀ ਹਨ ਅਤੇ ਰੋਟਰੀ ਕਲੱਬ ਦੇ ਮੈਂਬਰ ਹਨ ਤੇ ਨਾਲ ਹੀ ਨਾਲ ਆਪਣੇ ਪਿਤਾ ਪੁਰਖੀ ਕਿੱਤੇ ਖੇਤੀਬਾੜੀ ਨੂੰ ਅਪਣਾ ਕੇ ਆਪਣੇ ਪਿਤਾ ਜੀ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਉੱਨਤ ਖੇਤੀ ਕਰ ਰਹੇ ਹਨ ਅਤੇ ਨਾਲ ਹੀ ਨਾਲ ਸਮਾਜਿਕ ਅਤੇ ਧਾਰਮਿਕ ਕੰਮਾਂ ਵਿੱਚ ਹਮੇਸ਼ਾ ਹੀ ਆਪਣਾ ਵੱਡਮੁੱਲਾ ਯੋਗਦਾਨ ਪਾਉਂਦੇ ਹਨ। ਸਰਦਾਰ ਸਵਰਨ ਸਿੰਘ ਹੀਰਾ ਜੀ ਹੁਣਾਂ ਨੇ ਸਨ 1999 ਵਿੱਚ MC ਦੀ ਇਲੈਕਸ਼ਨ ਖਰੜ ਤੋਂ ਲੜੀ ਅਤੇ ਆਪ ਜੀ ਨੇ ਇਹ ਇਲੈਕਸ਼ਨ ਜਿੱਤੀ ਅਤੇ ਨਗਰ ਕੌਂਸਲ ਖਰੜ ਦੇ ਪ੍ਰਧਾਨ ਬਣੇ। ਉਸ ਤੋਂ ਬਾਅਦ ਆਪ ਜੀ ਇੱਕ ਵਾਰ ਖਰੜ ਦੇ ਵਾਈਸ ਪ੍ਰੈਜ਼ੀਡੈਂਟ ਅਤੇ ਇੱਕ ਵਾਰ ਮੈਂਬਰ ਦੇ ਅਹੁਦੇ ਤੇ ਰਹੇ। ਸਰਦਾਰ ਸਵਰਨ ਸਿੰਘ ਜੀ ਆਪਣਾ ਸਮਾਜਿਕ ਅਤੇ ਧਾਰਮਿਕ ਕੰਮਾਂ ਵਿੱਚ ਹਮੇਸ਼ਾ ਹੀ ਵੱਡਮੁੱਲਾ ਯੋਗਦਾਨ ਪਾਉਂਦੇ ਸਨ। ਆਪ ਜੀ ਖਰੜ ਵਿਖੇ ਚੱਲ ਰਹੇ BCM ਸਿੱਖ ਗਰਲਜ਼ ਹਾਈ ਸਕੂਲ ਦੇ ਜਨਰਲ ਸੈਕਟਰੀ ਸਨ ਅਤੇ ਨਾਲ ਹੀ ਨਾਲ ਆਰੀਆ ਕਾਲਜ ਫਾਰ ਵੂਮਨ ਦੇ ਜਨਰਲ ਸੈਕਟਰੀ ਸਨ। ਆਪ ਜੀ ਰੋਟਰੀ ਕਲੱਬ ਖਰੜ ਦੇ ਫਾਊਂਡਰ ਰਹੇ। ਸਰਦਾਰ ਸਵਰਨ ਸਿੰਘ ਜੀ ਬਹੁਤ ਹੀ ਦਾਨੀ ਸਨ। ਗਰੀਬਾਂ ਅਤੇ ਦੀਨ ਦੁਖੀਆਂ ਦੀ ਸਹਾਇਤਾ ਆਪ ਜੀ ਹਮੇਸ਼ਾ ਹੀ ਤਨੋ ਮਨੋ ਅਤੇ ਤਨੋ ਕਰਿਆ ਕਰਦੇ ਸਨ। ਨਗਰ ਕੌਂਸਲ ਦੇ ਪ੍ਰਧਾਨ ਵਜੋਂ ਸਰਦਾਰ ਸਵਰਨ ਸਿੰਘ ਜੀ ਨੂੰ ਜੋ ਵੀ ਤਨਖਾਹ ਮਿਲਦੀ ਆਪ ਜੀ ਉੱਥੇ ਹੀ ਗਰੀਬ ਮੁਲਾਜ਼ਮਾਂ ਵਿੱਚ ਵੰਡ ਦਿੰਦੇ। ਸਰਦਾਰ ਸਵਰਨ ਸਿੰਘ ਜੀ ਬਹੁਤ ਹੀ ਮਿੱਠੀ ਬੋਲੀ ਦੇ ਮਾਲਕ ਸਨ ਅਤੇ ਆਪਣੀ ਮਿੱਠੀ ਬੋਲੀ ਨਾਲ ਹਰ ਇੱਕ ਨੂੰ ਆਪਣੀ ਤਰਫ ਖਿੱਚ ਲੈਣ ਦੀ ਸ਼ਕਤੀ ਆਪ ਜੀ ਵਿੱਚ ਮੌਜੂਦ ਸੀ। ਮੌਜੂਦਾ ਸਮੇਂ ਵਿੱਚ ਚਾਹੇ ਸਰਦਾਰ ਸਵਰਨ ਸਿੰਘ ਹੀਰਾ ਸਾਡੇ ਵਿਚਕਾਰ ਨਹੀਂ ਹਨ, ਪਰ ਉਹਨਾਂ ਦੇ ਪਾਏ ਪੂਰਨਿਆ ਤੇ ਅੱਜ ਉਹਨਾਂ ਦਾ ਪਰਿਵਾਰ ਚੱਲ ਰਿਹਾ ਹੈ ਅਤੇ ਉਹਨਾਂ ਦਾ ਸਮਾਜ ਅਤੇ ਉਹਨਾਂ ਦੇ ਸੱਜਣ ਮਿੱਤਰ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਹਨ।
जन का दूर बांछो सब जन का कहत कबीर सुनो रे संतो सुनो रे संतो ए मन उड़न पंखेरू बन का 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 हर बिन कौन सहाई मन का कौन सहाई हर बिन कौन सहाई मन का कौन सहाई मन का कौन सहाई मन का कौन सहाई। एक शिव पए एक गए एक और पए रामचंद्र कृष्ण के अवतार भी अनेक हैं। ब्रह्मा और कृष्ण कहते वेद और पुराण कहते सिमर समूहन के होए बताए हैं। मोहन दी मदार कहते अश्वनी कुमार कहते हंसा अवतार कहते काल वस पए हैं। पीर और पैगंबर कहते गने ना परत इते भूम ही ते होए के सब भूम ही मिले। हर एक दे शरीर ने एक दिन मिट्टी च मिल जाना दुनिया हर एक दे शरीर आ जड़ा शरीर हुण दिख रहा ना सरदार स्वर्ण सिंह जी का शरीर दिख नहीं रहा पर वो तुहाडे अंदर ऐसियां यादां बना के वो यादां सदा ही दिखदियां रहणगियां। चंगियां यादां छड्ड के जाओ अपनी चंगी जान पछाण बना के जाओ गुरु के चरणों गुरु की बाणी वाले। इस करके सतगुरु जी कहते हैं तू आया लाहा लैन लगा कित को फकड़े सब मुकदी चली रहन। तेरी जीवन रूपी रात मुकदी चली है मुकदी जा रही है। लाहा इस शरीर तो असी लाहा करें पर मनुख इस शरीर तो लाहा नहीं ले रहा। इस शरीर ने एक दिन नाश होना। सतगुरु जी कहते हैं पल के उठ बोलिए पल के उठ बोलिए बिन बूझे मुगदी अजान। मनुख अपने शरीर में बड़ा पालदा चंगियां चंगियां खुराकां वरतदा चंगियां चंगियां दवाइयां की वरतों करदा चंगे कपड़े पहनदा इस शरीर की बड़ी सेवा करदा। पल के उठ पपोलीए बिन बूझे मुग्ध अजान। सो प्रभ चितना आवई छुटेगी बेमान। कहते हे भाई आओ प्यार के नाल समाप्ति कर लगे हैं। उस तो बाद गुरमुख प्यारे रागी जथा पहुंचया होया उन्होंने भी हाजिरी भरनी है। आओ प्यार के नाल सतगुरु जी कहते हैं पल के उठ पपोलीए बिन बूझे मुग्ध अजान। सो प्रभ चेतना आवई छूटेगी बेबान। कहते ये शरीर
एक दिन शमशान घाट में चले जाएगा। उस तो पहला पहला गुरु के चरणों नाल जुड़ के अपनी आत्मा को परमात्मा में लीन कर दे। आला इस शरीर ने कितने नाश हो, इस शरीर के नाश होने तो पहला पहला अपनी आत्मा को गुरु के शब्द विच गुरु के शब्द नाल जुड़ के परमात्मा में लीन करना, यह लाग है गुरु की बाणी नाल जुड़। जिन्ना चिर ये साडी आत्मा परमात्मा में लीन नहीं होएगी उन्ना चिर सानू ये शरीर मिलते रहेंगे। कई जन्म पे कीट पतंगा, कई जन्म गज मीन करंगा, कई जन्म पंखी सर्प होयो, कई जन्म हैबर बिरख जोयो। कहते मिल जगदीश मिलन की बरिया, चिरंकार ए दे सजरिया। ये मनुखा जेही बहुत देर मगरों मिली है, इस तो लाहा खट केड़ा लाहा खटना है? गुरु की संगत में मिल करके गुरु के शब्द में जुड़ के अपनी आत्मा को परमात्मा में लीन करते, आही बेटा मौका। इस करके सतगुरु कहते हैं आया प्राणी आया लगा कित फलड़े लगा प्राणी तुम आया लाहा लैन लगा कित को पकड़े सब मुक्ति चली है। सो इन्नी हाजरी सेवा प्रवान करी भुला चुका की खेमा। बहुत सारिया संगतां ने कीर्तन का गुरु के शब्द का गुरबाणी का सत्कार किया। महाराज चलदियां कला हर मैदान फतेह गुर सिखी जीवन नाम की दात बख्शो सतगुरु जी। आओ प्यार के नाल सिर प्यार के नाल कीर्तन श्रवण करिए। भुलां चुकां दी खेमा। वाहिगुरू जी का खालसा वाहिगुरू जी की फतेह। सोई ले जाएगा, सोई ले जाएगा, सोई ले जाएगा, सोई ले जाएगा। जिसकी वास सोई ले जाएगा, जिसकी वास सोई ले जाएगा, सोई ले जाएगा, सोई रह 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 जाएगा। जिसकी बात सोई रह जाएगा, सोई रह जाएगा, सोई रह जाएगा। जिसकी बात सोई रह जाएगा, सोई रह जाएगा, सोई रह जाएगा, सोई रह जाएगा, सोई रह जाएगा। देखो सोई रह जाएगा, सोई रह जाएगा। रोज किसे से होती है, 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 रोज किसे से होती है। सोई रह जाएगा, सोई रह जाएगा, सोई रह जाएगा, सोई रह जाएगा।
सोई ले जाएगा जिसकी बात सोई ले जाएगा 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 गुरमुख होवे सो पाना मन्ने सहजे हर रस पीजे सहजे हर रस पीजे गुरमुख होवे सो पाना मन्ने सहजे हर रस पीजे सहजे हर रस पीजे नानक सुख दाता सदा सदा रसना राम रवीजे रसना राम रवीजे सोई ले जाएगा सोई ले जाएगा कबूरी सोई ले जाएगा सोई ले जाएगा जिसकी बस सोई ले जाएगा जिसकी बस सोई ले जाएगा रोज किसे से की है 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 सोई ले जाएगा 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 जाएगा जन्म मरण की मुखी उजल सदा सुखी नानक सिमरत एक राम कली महल्ला तीजा आनंद ओंकार सतगुर प्रसाद आनंद पया मेरी माए सतगुरु मैं पाया गुरता पाया है जिसे भगवती आवाज़ाई रात रतन परवार परिया शब्द गावण आईया शब्दों का बोली के मन दिली वसाई नानक आनंद हुआ सतगुरु मैं पाया ये मन मेरा तू सदा रो हर नाले हर गाल रो तू मन मेरे दुख साथ विसारना अंगीकारो करे तेरा काज सब सवारना सबना गला सम्राट सुआमी सो क्यों मनो विसारे मनो साचे साहेबा क्या नहीं करते करता तेरे सब कुछ है
ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਮੁਖਾਂ ਦਾ ਬਖਵਾਈਆਂ ਨਾਨਕ ਸ਼ਾਹਤ ਬਖਮਨ ਆਏ ਵੜਿਆ ਇੱਛਾ ਦਾ ਬਖਜਾਨਾ ਸਦਾ ਕੁਰਬਾਨੀ ਕੀਤਾ ਗੁਰੂ ਤੋਂ ਸਿੱਧੀ ਆਏ ਵਡਿਆਰੀਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੋਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਚਕਾਰ ਸੁਣਾ ਕਾਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਜ ਦੂਤ ਦੁੱਧ ਵਾਸੇ ਕੀਤੇ ਕਾਲ ਕੰਠ ਕੁਮਾਰਿਆ ਤੁਰ ਕਰਮ ਪਾਇਆ ਤੁਮ ਕੋਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੈ ਅਰਧ ਸੁਣੋ ਵਟ ਭਾਗਿਓ ਸਗਲ ਮਨੋਰਥ ਪੂਰੇ ਪਾਰ ਬਰਮ ਪ੍ਰਭ ਪਾਇਆ ਉਤਰੇ ਸਗਲ ਸੂਰੇ ਦੁਖ ਰੋਗ ਸੰਤਾਪ ਉਤਰੇ ਹੁਣੀ ਸਰਦੀ ਨਾਰੀ ਸੰਤ ਸਾਜਨ ਭਏ ਸਸੇ ਪੂਰੇ ਗੁਰ ਤੇ ਗਾੜੀ ਸੁਣਤੇ ਪੁਨਿਤ ਕਹਿਤੇ ਪਵਿੱਤ ਸਤਿਗੁਰ ਲਿਆ ਭਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਹਰ ਪੂਰੇ ਸਰੋ ਪਵਨ ਗੁਰੂ ਪਾਣੀ ਪਿਤਾ ਮਾਤਾ ਸਰਦ ਮਹਤ ਦਿਵਸ ਰਾਤ ਹੋਏ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਜੈ ਕਰਮ ਹਜੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਕੇ ਮਸ਼ਕਤ ਕਾਲ ਨਾਨਕ ਦੇਵਕ ਪੁਜਰ ਕੇਤੀ ਛੁੱਟੀ ਨਾ ਇਹ ਨਿਮਾਣਿਆਂ ਦੇ ਵਾਣ ਨੇ ਤਾਣਿਆਂ ਦੇ ਤਾਣ ਨੇ ਉਟਿਆਂ ਦੇ ਓਟ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਦੀ ਗੁਰਬਾਣੀ ਦਾ ਮੁੱਖ ਵਾਕ ਹੈ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸਦੇ ਉੱਠੀ ਜਾਈਦੇ ਮਹਾਵਾਕ ਅਨੁਸਾਰ ਆਪ ਜੀ ਦੇ ਗੁਰੂ ਘਰ ਦੇ ਸੇਵਕ ਸਰਦਾਰ ਸਵਰਨ ਸਿੰਘ ਜੀ ਆਪ ਜੀ ਨੇ ਜਿੰਨੀ ਕੁ ਸਵਾਸਾਂ ਦੀ ਪੂੰਜੀ ਬਖਸ਼ੀ ਸੀ ਉਸ ਨੂੰ ਪੂਰੀ ਕਰਦੇ ਹੋਏ ਆਪ ਜੀ ਦੇ ਹੁਕਮ ਅੰਦਰ ਆਪ ਜੀ ਦੇ ਭਾਣੇ ਅਨੁਸਾਰ ਕੁਝ ਦਿਨ ਤੋਂ ਅਕਾਲ ਚਲਾਣਾ ਕਰ ਗਏ ਹਨ ਸੋ ਪਿੱਛੇ ਸਮੂਹ ਹੀ ਪਰਿਵਾਰ ਵੱਲੋਂ ਰਲ ਮਿਲ ਕੇ ਆਪ ਜੀ ਦਾ ਓਟ ਤੇ ਆਸਰਾ ਲੈਂਦੇ ਹੋਏ ਆਪਣੇ ਗ੍ਰਹਿ ਵਿਖੇ ਸਹਿਜ ਪਾਠ ਆਰੰਭ ਕਰਾਈ ਸਨ ਜੋ ਕਿ ਆਪ ਜੀ ਦੀ ਕਿਰਪਾ ਦੁਆਰਾ ਮਿਹਰ ਦੁਆਰਾ ਆਦ ਤੋਂ ਮੱਧ ਤੋਂ ਸੰਪੂਰਨ ਬਾਣੀ ਦੇ ਭੋਗ ਪਾਏ ਗਏ ਉਪਰੰਤ ਗੁਰਬਾਣੀ ਦੇ ਹਰ ਜਸ ਕੀਰਤਨ ਹੋਏ ਹਨ ਕਥਾ ਵਿਚਾਰਾਂ ਹੋਈਆਂ ਹਨ ਬਾਣੀ ਪੜ੍ਹਦੇ ਆਂ ਸੇਵਾ ਕਰਦੇ ਆਂ ਬੇਅੰਤ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਆਪਣੇ ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਅੱਗੇ ਵਾਸਤੇ ਸਮਤ ਬਖਸ਼ਣੀ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦੀ ਸੇਵਾ ਕਰਨ ਦੀ ਅਕਲ ਬੁੱਧ ਤਾਕਤ ਬਖਸ਼ਣੀ ਦਾਰਾਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਭੇਟਾ ਕੀਤਾ ਤੇਲ ਫੁੱਲ ਲੇਖੇ ਚਲਾਣਾ ਕਦਮ ਕਦਮ ਚੱਲਿਆ ਲੇਖੇ ਲਾਣਾ ਸ਼ਬਦ ਦੇ ਕਾਰਜ ਰਾਜ ਕਰਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਸੇਵਕ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੈ ਛਾਕੇ ਪਹਿਨਾਏ ਗਏ ਨੇ ਕਿਰਪਾ ਕਰਨੀ ਮਿਹਰ ਕਰਨੀ ਸੇਵਕ ਪਰਿਵਾਰ ਦੇ ਲੋਕ ਪਰਲੋਕ ਦੇ ਵਿੱਚ ਪੜਦੇ ਢੱਕਣੇ ਕਿਰਪਾ ਕਰਨੀ ਮਿਹਰ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਸੇਵਾ ਦਾ ਭਾਵ ਸਰਦਾਰ ਸਵਰਨ ਸਿੰਘ ਜੀ ਦੀ ਆਤਮਾ ਨੂੰ ਬਚਾਉਣਾ ਜਨਮ ਮਰਨ ਦੇ ਗੇੜ ਤੋਂ ਬਚਾ ਕੇ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ ਲੈਣਾ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਉਦਮ ਬਲ ਬਖਸ਼ਣਾ ਪਰਿਵਾਰ ਵਿੱਚ ਸੁਖ ਸ਼ਾਂਤੀ ਵਰਤਾਣੀ ਦੁੱਖਾਂ ਦਲਿਦਰਾਂ ਦੇ ਨਾਸ਼ ਕਰਨੇ ਸੁੱਖਾਂ ਦੇ ਪ੍ਰਕਾਸ਼ ਕਰਨੇ ਚੜ੍ਹਦੀ
ਕਾਰੋਬਾਰਾਂ ਦੇ ਵਿੱਚ ਵਾਧੇ ਬਖਸ਼ਣੇ, ਕਮਾਈਆਂ ਦੇ ਵਿੱਚ ਬਰਕਤ ਪਾਣੀ, ਬੱਚਿਆਂ ਨੂੰ ਵਿਦਿਆ ਦਾਨ, ਮਾਤਾ ਪਿਤਾ ਦੇ ਆਗਿਆਕਾਰੀ, ਬਾਣੀ ਦੇ ਨਾਲ ਪਿਆਰ ਬਖਸ਼ਣਾ, ਗੁਰਸਿੱਖੀ ਵਾਲਾ ਜੀਵਨ ਬਤੀਤ ਕਰਨ ਲਈ ਅਕਲ ਬੁੱਧ ਸਮਤ ਬਖਸ਼ਣੀ, ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ। ਪਰਿਵਾਰ ਵੱਲੋਂ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਦੇ ਵਿੱਚੋਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸਾਦ ਦੀ ਦੇਗ ਹਾਜ਼ਰ ਹੈ। ਆਪ ਜੀ ਪ੍ਰਵਾਨ ਕਰੋ ਜੀ। ਪ੍ਰਵਾਨੀ ਦੇਗ ਸਾਧ ਸੰਗਤ ਵਿੱਚ ਵਰਤਾਨ ਦੀ ਆਗਿਆ ਬਖਸ਼ਣੀ ਜੀ। ਕਿਰਪਾ ਕਰੋ, ਮਿਹਰ ਕਰੋ ਆਪ ਜੀ। ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ ਜੀ। ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਕੀਰਤਾਰਥ ਕਰੋ ਅਤੇ ਆਪਣੇ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ਣਾ ਜੀ। ਸਹੀ ਪਿਆਰੇ ਮੇਰਾ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ। ਸੋਰਠ ਮਹਲਾ ਨੌਵਾਂ। ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨਿਵਾਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨਿਵਾਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਰਹਾਉ ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਿਮਾਨਾ, ਹਰ ਇੱਕ ਸੋਗ ਤੇ ਰਹਿ ਨਿਆਰੋ, ਨਾਹੀ ਮਾਨ ਅਪਮਾਨਾ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ। ਕਾਮ ਕ੍ਰੋਧ ਜੇ ਪਰਸੈ ਨਾਨਾ, ਤੇ ਘਟ ਬ੍ਰਹਮ ਨਿਵਾਸਾ। ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਪਿਓ ਗੋਬਿੰਦ ਸਿਓ, ਜਿਉ ਪਾਣੀ ਸੰਗ ਪਾਣੀ। ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਪਿਓ ਗੋਬਿੰਦ ਸਿਓ, ਜਿਉ ਪਾਣੀ ਸੰਗ ਪਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸਵਰਨ ਸਿੰਘ ਦੀ ਅੰਤਮ ਅਰਦਾਸ ਵਿੱਚ ਇਕੱਤਰ ਹੋਈ ਸਾਧ ਸੰਗਤ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲੇ ਆਵੇ ਨਾਨਕਾ, ਸੱਦੇ ਉੱਠੀ ਜਾਏ ਦੇ ਮਹਾਵਾਕ ਅਨੁਸਾਰ ਸਰਦਾਰ ਸਵਰਨ ਸਿੰਘ ਜੀ ਆਪਣੀ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਨੇ। ਮੈਂ ਸਮਝਦਾ ਪਰਿਵਾਰ ਲਈ ਵੱਡਾ ਘਾਟਾ ਹੈ। ਬੇਸ਼ੱਕ ਆਪਾਂ ਸਭ ਨੂੰ ਪਤਾ ਵੀ ਹਰ ਇੱਕ ਨੇ ਚਲੇ ਜਾਣਾ, ਪਰ ਇੱਕੋ ਜਿਹੜੀ ਅਸੀਸ ਹੁੰਦੀ ਹੈ ਮਾਂ ਬਾਪ ਵਾਲੀ, ਜਿਹੜੀ ਇੱਕ ਅਰਦਾਸ ਹੁੰਦੀ ਹੈ ਜੋ ਬੱਚਿਆਂ ਲਈ ਹਮੇਸ਼ਾ ਮਾਂ ਬਾਪ ਹਰੇਕ ਕਰਦਾ, ਸੋ ਉਸ ਤੋਂ ਹੀ ਪਰਿਵਾਰ ਵਾਂਝਾ ਹੋਇਆ। ਸੋ ਮੈਂ ਸਮਝਦਾ ਬੜਾ ਘਾਟਾ ਹੈ। ਸਰਦਾਰ ਸਵਰਨ ਸਿੰਘ ਜੀ ਮੈਂ ਸਮਝਦਾ ਇੱਕ ਵਿਅਕਤੀ ਨਹੀਂ, ਇੱਕ ਸੰਸਥਾ ਸੀ। ਆਪਣੇ ਆਪ ਵਿੱਚ ਇੱਕੋ ਸੰਸਥਾ ਸੀ। ਸੋ ਬੜਾ ਕੁਝ ਉਹਨਾਂ ਦੀ ਦੇਣ ਹੈ ਇਸ ਸ਼ਹਿਰ ਨੂੰ। ਉਹ ਮਿਊਨਿਸਪੈਲਿਟੀ ਦੇ ਪ੍ਰਧਾਨ ਵੀ ਰਹੇ, 3 ਵਾਰ MC ਰਹੇ, ਤੇ ਬਹੁਤ ਵੱਡਾ ਸ਼ਹਿਰ 'ਚ ਯੋਗਦਾਨ ਅੱਜ ਜੋ ਖਰੜ ਹੈਗਾ ਉਹਨਾਂ ਦਾ ਮੈਂ ਸਮਝਦਾ। ਸਭ ਤੋਂ ਵੱਡੀ ਗੱਲ ਹੈ ਵੀ ਖਰੜ ਸ਼ਹਿਰ ਦੇ ਸਭ ਤੋਂ ਵੱਡੇ ਲਾਠੀ ਸੀ, ਸਭ ਤੋਂ ਵੱਡੇ।
ਪਰ ਇੰਨੇ ਡਾਊਨ ਟੂ ਅਰਥ, ਇੰਨਾ ਉਹਨਾਂ 'ਚ ਧਰਤੀ ਨਾਲ ਜੁੜੇ ਹੋਏ ਇਨਸਾਨ ਸੀ। ਸੋ ਉਹੀ ਸਿੱਖਿਆ ਉਹਨਾਂ ਨੇ ਆਪਣੇ ਬੱਚਿਆਂ ਨੂੰ ਸਰਦਾਰ ਕੁਲਦੀਪ ਸਿੰਘ ਤੇ ਸਰਦਾਰ ਸੁਖਪਾਲ ਸਿੰਘ ਨੂੰ ਦਿੱਤੀ। ਇਹਨਾਂ ਦਾ ਵੀ ਨਹੀਂ, ਆਮ ਤੌਰ ਤੇ ਆਪਾਂ ਦੇਖਦੇ ਜਦੋਂ ਵੱਡੇ ਘਰਾਂ ਦੇ ਵਿੱਚ ਬੱਚਿਆਂ ਦਾ ਬਾਅਦ 'ਚ ਕੀ ਹੁੰਦਾ ਹੈ, ਤੇ ਇਹ ਬੜੀ ਮੈਂ ਕਹਿੰਦਾ ਉਹਨਾਂ ਦੀ ਸਿੱਖਿਆ ਹੈ ਵੀ ਅੱਗੇ ਪਰਿਵਾਰ ਵੀ ਬੜਾ ਜ਼ਮੀਨ ਨਾਲ ਜੁੜਿਆ ਹੋਇਆ। ਸੋ ਮੈਂ ਮੇਰੇ ਗੁਆਂਢੀ ਰਹੇ ਨੇ 2004 ਦੇ ਵਿੱਚ, ਅਸੀਂ ਜਦੋਂ ਗਿਲਕੋ ਗਰੁੱਪ ਇੱਥੇ ਆਇਆ, ਸਾਡੀ ਬਾਉਂਡਰੀ ਕਾਮਨ ਸੀ ਤੇ ਬੜਾ ਮਿਲਣ ਦਾ ਮੈਨੂੰ ਮੌਕਾ ਮਿਲਿਆ। ਮੈਂ ਹਰ ਦੁੱਖ ਸੁੱਖ ਆਪਣਾ ਪਰਿਵਾਰਕ ਤੌਰ ਤੇ, ਆਪਣਾ ਕਾਰੋਬਾਰੀ ਤੌਰ ਤੇ ਉਹਨਾਂ ਨਾਲ ਸਾਂਝਾ ਕਰ ਲੈਂਦੇ ਸੀ, ਕੰਢੇ ਤੇ ਬੈਠੇ ਹੁੰਦੇ ਸੀ। ਸੋ ਬੜਾ ਕੁਛ ਉਹਨਾਂ ਤੋਂ ਬੜਾ ਕੁਛ ਸਿੱਖਿਆ। ਸੋ ਮੈਂ ਜ਼ਿਆਦਾ ਸਮਾਂ ਨਾ ਲਵਾਂ, ਮੈਂ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ, ਸੱਚੇ ਪਾਤਸ਼ਾਹ ਉਸ ਦਰਵੇਸ਼ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬਾਂ ਦੀ ਹਜ਼ੂਰੀ ਦੇ ਵਿੱਚ ਜੁੜੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸਵਰਨ ਸਿੰਘ ਹੀਰਾ ਜੀ ਸਾਡੇ ਵਿਚਕਾਰੋਂ ਚਲੇ ਗਏ ਨੇ। ਅੱਛਾ ਜੀਵਨ ਉਹਨਾਂ ਨੇ ਬਤੀਤ ਕੀਤਾ ਹੈ, ਸਾਫ ਸੁਥਰਾ, ਸ਼ਾਂਤ, ਗੁਰਸਿੱਖੀ ਵਾਲਾ ਤੇ ਲੋਕਾਂ ਦੇ ਪ੍ਰੇਮ ਪਿਆਰ ਦੇ ਭਿੱਜਿਆ ਹੋਇਆ ਜੀਵਨ ਉਹ ਜੀ ਕੇ ਗਏ ਨੇ। ਸਾਡੇ ਖਾਲਸਾ ਸਕੂਲ ਦੇ ਉਹ ਸਕਾਲਰ ਵਿਦਿਆਰਥੀਆਂ ਵਿੱਚੋਂ ਸੀਗੇ, ਖਾਲਸਾ ਸਕੂਲ ਖਰੜ ਤੋਂ। ਬੋਰਡ ਦੇ ਉੱਤੇ ਵੀ ਉਹਨਾਂ ਦਾ ਨਾਮ ਹੈ। ਇਹਦਾ ਮਤਲਬ ਕਿ ਬੜੀ ਇੰਟੈਲੀਜੈਂਟ ਸ਼ਖਸੀਅਤ ਸੀਗੀ। ਇਸ ਦੇ ਬਦੌਲਤ ਹੀ ਉਹਨਾਂ ਨੇ ਐਗਰੀਕਲਚਰ ਯੂਨੀਵਰਸਿਟੀ ਤੋਂ ਡਿਗਰੀ ਹਾਸਲ ਕੀਤੀ ਕਿ ਰੰਧਾਵਾ ਸਾਹਿਬ ਦੀ ਗਾਈਡੈਂਸ ਦੇ ਵਿੱਚ ਉਹਨਾਂ ਨੇ ਖੇਤੀਬਾੜੀ ਦਾ ਜਿਹੜਾ ਕਾਰਜ ਸੀਗਾ ਉਹ ਸ਼ੁਰੂ ਕੀਤਾ ਤੇ ਕਰਮ ਭੂਮੀ ਜਿਹੜੀ ਹੈ ਆਪਣੀ ਉਹ ਖਰੜ ਨੂੰ ਹੀ ਬਣਾਇਆ ਤੇ ਪੰਜਾਬ ਦੇ ਸਿਰਮੌਰ ਕਿਸਾਨਾਂ ਦੇ ਵਿੱਚੋਂ ਉਹਨਾਂ ਦਾ ਨਾਮ ਗਿਣਿਆ ਜਾਂਦਾ ਹੈ। ਦੂਸਰੀ ਜਿਹੜੀ ਉਹਨਾਂ ਦੀ ਸ਼ਖਸੀਅਤ ਸੀਗੀ ਉਹ ਮੈਂ ਕਹੂੰਗਾ ਕਿ ਐਜੂਕੇਸ਼ਨ ਪੱਖ ਦੇ ਉੱਤੋਂ ਛੋਟੀ ਖਾਲਸਾ ਗਰਲ ਸਕੂਲ ਖਰੜ ਜਿਹੜਾ ਕਿ ਬਹੁਤ ਅੱਛਾ ਅਦਾਰਾ ਹੈ, ਉਹਦੇ ਫਾਊਂਡਰ ਮੈਂਬਰਾਂ ਦੇ ਵਿੱਚੋਂ ਸਰਦਾਰ ਸਵਰਨ ਸਿੰਘ ਹੀਰਾ ਰਹੇ ਨੇ। ਉਹਨਾਂ ਦੇ ਨਾਲ ਐਡਵੋਕੇਟ ਅਮਰੀਕ ਸਿੰਘ ਤੇ ਸੋਢੀ ਸਾਹਿਬ। ਇਹਨਾਂ ਲੋਕਾਂ ਨੇ ਬਹੁਤ ਮਿਹਨਤ ਕਰਕੇ ਉਦੋਂ ਇਹ ਸੋਢੀ ਸਕੂਲ ਖਾਲਸਾ ਸਕੂਲ ਜਿਹੜਾ ਲੜਕੀਆਂ ਦੇ ਵਾਸਤੇ ਸੀ, ਇਲਾਕੇ ਦੀ ਸ਼ਹਿਰ ਦੀ ਲੋੜ ਨੂੰ ਮਹਿਸੂਸ ਕਰਦਿਆਂ ਇਹ ਬੂਟਾ ਇੱਥੇ ਲਗਾਇਆ ਤੇ ਇਹਨਾਂ ਦਾ ਉਸ ਸੰਸਥਾ ਨੂੰ ਚਲਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ। ਤੇ ਸ਼ੁਰੂ ਤੋਂ ਹੀ ਜਿਸ ਦਿਨ ਤੋਂ ਸਕੂਲ ਦੀ ਐਸਟੈਬਲਿਸ਼ਮੈਂਟ ਹੋਈ ਹੈ ਉਸ ਦਿਨ ਤੋਂ ਹੀ ਇਹ ਜੋ ਮੈਨੇਜਮੈਂਟ ਕਮੇਟੀ ਹੈ ਉਹਦੇ ਜਨਰਲ ਸੈਕਟਰੀ ਰਹੇ ਤੇ ਖਾਲਸਾ ਸਕੂਲ ਦੇ ਵਿੱਚ ਵੀ ਮੈਨੂੰ ਮੇਰੇ ਉਹ ਗਾਈਡ ਵੀ ਸੀਗੇ ਤੇ ਮੇਰੇ ਤੋਂ ਗਾਈਡੈਂਸ ਲੈਂਦੇ ਵੀ ਸੀ। ਇੱਕ ਛੋਟੀ ਜਿਹੀ ਮੈਂ ਗੱਲ ਦਾ ਜ਼ਿਕਰ ਕਰੂੰਗਾ ਕਿ ਇੱਕ ਵਾਰ ਉਹ ਮੇਰੇ ਕੋਲ ਆਏ ਕਿ ਜਦੋਂ ਮੈਂ ਰਿਟਾਇਰ ਹੋ ਗਿਆ ਸੀ ਕਿ ਗਿਲ ਸਾਹਿਬ ਛੋਟੀ ਸਕੂਲ ਦੇ ਜੇ 2-3 ਤੁਸੀਂ ਕੰਮ ਨੇਪਰੇ ਚਾੜ ਦਿਓ ਤਾਂ ਅੱਛੀ ਬਾਤ ਹੈ। ਮਾਂ ਜੀ 7 ਵਜਨ ਹੈ ਤੇ ਉੱਥੇ ਸਾਲ 1.5 ਸਾਲ ਲਾ ਕੇ ਕਾਫੀ ਜਿਹੜੇ ਕੰਮ ਸੀਗੇ ਉਹ ਦਰੁਸਤ ਕੀਤੇ। ਉਸ ਤੋਂ ਬਾਅਦ ਇੱਕ ਵਾਰ ਉਹ ਮੇਰੇ ਕੋਲ ਆਏ, ਮੈਨੂੰ ਯਾਦ ਹੈ ਕਿ ਉਹ ਕਿੰਨੀ ਦੂਰ ਅੰਦੇਸ਼ੀ ਦੇ ਮਾਲਕ ਸੀਗੇ ਐਜੂਕੇਸ਼ਨ ਦੇ ਪੱਖ ਤੋਂ। ਮੇਰੇ ਕੋਲ ਆਏ ਤੇ ਉਹਨੇ ਕਹਿੰਦੇ ਤੁਹਾਡੇ ਕੋਲੋਂ ਇੱਕ ਸਲਾਹ ਲੈਣੀ ਹੈ ਕਿ ਇੰਗਲੈਂਡ ਦੀ ਕੋਈ ਕੰਪਨੀ ਹੈਗੀ ਹੈ ਤੇ ਉਹ ਮੇਰੇ ਕੋਲੋਂ ਜ਼ਮੀਨ ਦੀ ਮੰਗ ਕਰਦੀ ਹੈ ਤੇ ਇੱਥੇ ਇੱਕ ਬਹੁਤ ਵੱਡਾ ਜਿਹੜਾ ਇੰਗਲਿਸ਼ ਮੀਡੀਅਮ ਸਕੂਲ ਦੀ ਸਥਾਪਨਾ ਕਰਨਾ ਚਾਹੁੰਦੀ ਹੈ ਤੇ ਤੁਸੀਂ ਮੈਨੂੰ ਦੱਸੋ ਕਿ ਮੇਰੀ ਇੰਟਰਵਿਊ ਹੈ ਤੇ ਤੁਸੀਂ ਮੇਰੇ ਨਾਲ ਚੱਲੋ
ਤਾਂ ਕਿ ਆਪਾਂ ਉਹ ਕੰਪਨੀ ਦੇ ਨਾਲ ਗੱਲ ਕਰ ਸਕੀਏ। ਤੇ ਮੈਂ ਕਿਹਾ ਕਿ ਤੁਸੀਂ ਕਿਉਂ ਇੰਟਰਸਟਿਡ ਹੋ ਇਸ ਕੰਮ ਦੇ ਵਿੱਚ? ਉਹ ਕਹਿੰਦੇ ਵੀ ਸ਼ਹਿਰ ਦਾ ਜਿਹੜਾ ਹਿੱਸਾ ਹੈਗੀ ਉਹਨੂੰ ਹੋਰ ਐਜੂਕੇਸ਼ਨ ਲਈ ਮਹਿਕਾਉਣ ਦੇ ਵਾਸਤੇ ਇਹ ਜ਼ਰੂਰੀ ਹੈ ਕਿ ਖਰੜ ਦੇ ਵਿੱਚ ਕੋਈ ਇੰਗਲਿਸ਼ ਮੀਡੀਅਮ ਸਕੂਲ ਉਹ ਖੁੱਲ੍ਹੇ, ਜਿਹਦੇ ਵਾਸਤੇ ਜਿਹੜੀਆਂ ਟਰਮਸ ਐਂਡ ਕੰਡੀਸ਼ਨਸ ਨੇ ਕੰਪਨੀ ਦੇ ਨੇ ਤੇ ਉਹ ਤੁਸੀਂ ਤੈਅ ਕਰੋ। ਸੋ ਮੈਂ ਉਹ ਇੰਟਰਵਿਊ ਵੀ ਅਸੀਂ ਕਰਕੇ ਆਏ, ਲੇਕਿਨ ਮੈਂ ਉਹਨਾਂ ਨੂੰ ਇਹ ਸਲਾਹ ਦਿੱਤੀ ਕਿ ਇਹ ਪ੍ਰੀ ਮੈਚਿਓਰ ਮੈਟਰ ਹੈਗਾ, ਤੁਸੀਂ ਅਜੇ ਰਹਿਣ ਦਿਓ। ਸੋ ਇਸ ਕਰਕੇ ਹੀਰਾ ਸਾਹਿਬ ਦੀਆਂ ਹੋਰ ਵੀ ਬਹੁਤ ਸਾਰੀਆਂ ਯਾਦਾਂ, ਪੰਥਕ ਸ਼ਖਸੀਅਤ, ਅਕਾਲੀ ਸ਼ਖਸੀਅਤ, ਇਮਾਨਦਾਰੀ ਦੇ ਪੁੰਜ, ਇਹ ਜਿਹੜੇ ਖਰੜ ਦੇ ਜਿਹੜੇ ਚੁਣਿੰਦਾ ਲੋਕਾਂ ਦੇ ਵਿੱਚੋਂ ਸੀਗੇ। ਸੋ ਅੱਜ ਮੈਂ ਸਮਝਦਾ ਕਿ ਖਰੜ ਸ਼ਹਿਰ ਨੂੰ ਉਹਨਾਂ ਦੇ ਜਾਣ ਦੇ ਨਾਲ ਬਹੁਤ ਵੱਡਾ ਘਾਟਾ ਪਿਆ ਤੇ ਇਹਨਾਂ ਦਾ ਜਿਹੜਾ ਆਸ ਕਰਨਾ ਪਰਿਵਾਰ ਹੈ, ਕੁਲਦੀਪ ਸਿੰਘ ਸੁਖਵਾਲ ਤੇ ਇਹਨਾਂ ਦੀ ਬੇਟੀ ਹਰਦੀਪ, ਉਹ ਇਸ ਤਰ੍ਹਾਂ ਹੀ ਸਮਾਜ ਨੂੰ ਅਗਾਂਹ ਵੱਧ ਕੇ ਸੇਧ ਦਿੰਦੇ ਰਹਿਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਹੁਣ ਹਰਮਿੰਦਰ ਸਿੰਘ ਜੀ ਮਾਵੀ ਹੁਣ ਉਹ ਆਪ ਨੂੰ ਚੰਦ ਮਿੰਟਾਂ ਲਈ ਐਡਰੈਸ ਕਰਨਗੇ। ਤੋਂ ਵਾਹਿਗੁਰੂ ਜੀ ਕਾ ਖਾਲਸਾ। ਸੋ ਸਰਦਾਰ ਸਵਰਨ ਸਿੰਘ ਹੀਰਾ ਜੀ ਮੇਰੇ ਨੇੜੇ ਦੇ ਰਿਸ਼ਤੇਦਾਰ ਵੀ ਸੀ। ਰਿਸ਼ਤੇਦਾਰੀ ਦੇ ਵਿੱਚੋਂ ਮਾਸੜ ਜੀ ਲੱਗਦੇ ਸੀ ਔਰ ਸਾਡੇ ਪਰਿਵਾਰ ਦਾ ਮੇਰਾ ਪਿੰਡ ਬਡਾਲਾ ਹੋਣ ਕਰਕੇ, ਕਿਉਂਕਿ ਉਹਨਾਂ ਦੀ ਜ਼ਮੀਨ ਹੈ ਜਿਹੜੀ ਇੱਥੋਂ ਲੈ ਕੇ ਬਡਾਲੇ ਬੰਨੇ ਤੱਕ ਚਲੇ ਜਾਂਦੀ ਹੈ, ਸਾਡੇ ਬਜ਼ੁਰਗਾਂ ਦਾ ਵੀ ਉਹਨਾਂ ਦੇ ਨਾਲ ਬਹੁਤ ਚੰਗਾ ਵਾਹ ਸੀ ਔਰ ਪੁਰਾਣਾ ਵਾਹ ਸੀ। ਸੋ ਸਰਦਾਰ ਸਵਰਨ ਸਿੰਘ ਉਹਨਾਂ ਨੇ ਇੰਨੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਆਪਣਾ ਕਿੱਤਾ ਖੇਤੀ ਬਣਾਇਆ। ਸੋ ਖੇਤੀ ਵੀ ਉਹ ਕੀਤੀ ਕਿ ਜਿਹੜੀ ਇੱਕ ਟੈਕਨੀਕਲ ਖੇਤੀ, ਔਰ ਮੇਰਾ ਖਿਆਲ ਹੈ ਖਰੜ ਦੇ ਵਿੱਚੋਂ ਜੇ ਸਭ ਤੋਂ ਵੱਧ, ਖਰੜ ਕੀ ਪੰਜਾਬ ਦੇ ਵਿੱਚੋਂ ਜੇ ਸਭ ਤੋਂ ਵੱਧ ਸਬਜ਼ੀ ਚੰਡੀਗੜ੍ਹ ਜਾਂਦੀ ਸੀ ਤਾਂ ਹੀਰਾ ਪਰਿਵਾਰ ਦੀ ਜਾਂਦੀ ਸੀ। ਸੋ ਇਹਨਾਂ ਨੇ ਆਪਣਾ ਜੀਵਨ ਸੱਚਾ ਸੁੱਚਾ ਕਿਰਤੀ ਕਿਸਾਨੀ ਨਾਲ ਜੋੜ ਕੇ ਰੱਖਿਆ। ਸੋ ਜਿੱਥੇ ਇੱਕ ਸ਼ਰੀਫ ਇਨਸਾਨ ਉੱਥੇ ਆਪਣੀਆਂ ਰਿਸ਼ਤੇਦਾਰੀਆਂ ਦੇ ਵਿੱਚ ਵੀ ਇੱਕ ਚੰਗੀ ਸੇਧ ਦਿੰਦੇ ਸੀ ਔਰ ਰਿਸ਼ਤੇਦਾਰ ਇਹਨਾਂ ਤੋਂ ਸਲਾਹ ਲੈਂਦੇ ਸੀ। ਸੋ ਜਾਣਾ ਸਭ ਨੇ ਹੈ, ਮਰਨ ਲਿਖਾਏ ਮੰਡਲ में ਆਏ। ਸੋ ਉਹਨਾਂ ਦਾ ਜੋ ਅੰਤਮ ਸਮਾਂ ਸੀ ਉਹ ਇੱਕ ਸੰਖੇਪ ਜੀ ਬਿਮਾਰੀ ਕਾਰਨ ਸਾਡੇ ਤੋਂ ਵਿਛੜ ਗਏ ਆ। ਸੋ ਮੈਂ ਆਪਣੇ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਪਿੱਛੇ ਪਰਿਵਾਰ ਨੂੰ ਬਾਣਾ ਮੰਨਣ ਦਾ ਬਲ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਸਰਦਾਰ ਸਵਰਨ ਸਿੰਘ ਹੀਰਾ ਜੀ ਦੇ ਜੀਵਨ ਦੇ ਬਾਰੇ ਵਿਸਤਾਰ ਪੂਰਵਕ ਚਾਨਣਾ ਪ੍ਰਿੰਸੀਪਲ ਸਾਹਿਬ ਨੇ ਪਾਇਆ ਹੈ। ਸਰਦਾਰ ਸਵਰਨ ਸਿੰਘ ਹੀਰਾ ਮੇਰੇ ਪਿਤਾ ਜੀ ਦੇ ਨਾਲ BSc ਐਗਰੀਕਲਚਰ ਲੁਧਿਆਣਾ ਯੂਨੀਵਰਸਿਟੀ ਦੇ ਵਿੱਚ ਕਰਦੇ ਸਨ। ਉਹਨਾਂ ਦੇ ਜੀਵਨ ਦਾ ਇੱਕ ਪੱਖ ਸੀ ਕਿ ਅੱਜ ਆਪਾਂ ਸਾਰੇ ਕਹਿੰਦੇ ਹਾਂ ਕਿ ਹੀਰਾ ਪਰਿਵਾਰ ਕੋਲ ਬਹੁਤ ਜ਼ਮੀਨ ਹੈ, ਕਿ ਉਹ ਜ਼ਮੀਨ ਉਹਨਾਂ ਨੇ ਕਿਸ ਤਰ੍ਹਾਂ ਬਣਾਈ, ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਕਿੰਨੀ ਮਿਹਨਤ ਝਲਕਦੀ ਹੈ ਕਿ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਜਾਣ ਲਈ 100 ਵਾਰ ਨੂੰ ਇੱਥੋਂ ਸਾਈਕਲ ਤੇ ਜਾਣਾ ਲੁਧਿਆਣੇ। ਅੱਜ ਜੇ ਅਸੀਂ ਕਿਸੇ ਨੂੰ ਕਹਿ ਦਈਏ ਕਿ ਸਾਈਕਲ ਦੇ ਉੱਤੇ ਅਸੀਂ ਖਰੜ ਦੇ ਵਿੱਚ ਜਾਣਾ ਤਾਂ ਸਾਨੂੰ ਆਪ 100 ਵਾਰੀ ਸੋਚਣਾ ਪੈਂਦਾ ਵੀ ਅਸੀਂ ਸਾਈਕਲ ਤੇ ਜਾ ਸਕਦੇ ਹਾਂ। ਸਮਰਾਲੇ ਉਹਨਾਂ ਨੇ ਰੁਕ ਕੇ ਖਰੜ ਤੋਂ 4 ਜਾਂ 5 ਵਿਦਿਆਰਥੀ ਸਨ, ਜਿਨ੍ਹਾਂ ਵਿੱਚੋਂ ਸਰਦਾਰ ਦਲਜੀਤ ਸਿੰਘ ਸੈਣੀ ਜਿੱਥੇ ਅੱਜ ਇੱਥੇ ਹਾਜ਼ਰ ਵੀ ਹਨ, ਸੂਰਜ ਬਾਂਸਲ ਜੀ, ਮੇਰੇ ਪਿਤਾ ਸਰਦਾਰ ਅਜੀਤ ਸਿੰਘ ਟਵਾਣਾ ਤੇ ਬਲਵੰਤ ਸਿੰਘ ਵਡਵਾਲ ਜੀ। ਉਸ ਤੋਂ ਬਾਅਦ ਜਿੱਥੇ ਵੀ ਸਵਰਨ ਸਿੰਘ ਹੀਰਾ ਜੀ ਗਏ, ਉਹਨਾਂ ਨੇ ਆਪਣੀ ਮਿਹਨਤ, ਨੇਕ ਦਿਲੀ, ਇਮਾਨਦਾਰੀ ਦੇ ਨਾਲ ਹਮੇਸ਼ਾ ਬੁਲੰਦੀਆਂ ਨੂੰ ਛੂਹਿਆ
ਖਾਲਸਾ ਸਕੂਲ ਦੇ ਵਿੱਚ +1 ਦੇ ਵਿੱਚ ਪੜ੍ਹਦੇ ਹੋਏ ਉਹਨਾਂ ਨੇ ਟੌਪ ਕੀਤਾ ਤੇ ਪੂਰੇ ਪੰਜਾਬ ਦੇ ਵਿੱਚੋਂ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਜਦੋਂ BSc ਐਗਰੀਕਲਚਰ ਲੁਧਿਆਣਾ ਯੂਨੀਵਰਸਿਟੀ ਦੇ ਵਿੱਚ ਕੀਤੀ ਤਾਂ ਉਸ ਟਾਈਮ ਵੀ ਉਹਨਾਂ ਨੇ ਟੌਪ ਕੀਤਾ। ਸਾਨੂੰ ਅਜਿਹੀਆਂ ਸ਼ਖਸੀਅਤਾਂ ਸਮਾਜ ਦੇ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਹਨ ਕਿ ਜਿਨ੍ਹਾਂ ਦੇ ਕੋਲ ਇੰਨਾ ਸੁੱਖ ਸਾਧਨ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਬਹੁਤ ਸਾਦਗੀ ਮਿਹਨਤ ਦੇ ਨਾਲ ਬਤੀਤ ਕੀਤਾ। ਇਸ ਦੇ ਨਾਲ ਹੀ ਜਦੋਂ ਉਹਨਾਂ ਨੇ ਸਬਜ਼ੀ ਦੀ ਕਾਸ਼ਤ ਕੀਤੀ ਤਾਂ ਹਮੇਸ਼ਾ ਛੋਟੇ ਕਿਸਾਨਾਂ ਨੂੰ ਉਹਨਾਂ ਨੇ ਪ੍ਰੇਰਿਤ ਵੀ ਕੀਤਾ ਸਬਜ਼ੀ ਦੀ ਕਾਸ਼ਤ ਦੇ ਲਈ। ਉਸ ਤੋਂ ਬਾਅਦ ਸਰਦਾਰ ਸਵਰਨ ਸਿੰਘ ਹੀਰਾ ਜੀ ਜੋ ਸਾਡੇ ਰੋਟਰੀ ਕਲੱਬ ਖਰੜ ਦੀ ਜੋ ਸੰਸਥਾ ਹੈ ਉਸ ਨੂੰ ਬਣਾਉਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ। ਸਾਡੇ ਫਾਊਂਡਰ ਮੈਂਬਰ ਸਨ ਤੇ ਅੱਜ ਸਮਾਜ ਦੇ ਵਿੱਚ ਅਜਿਹੀਆਂ ਸ਼ਖਸੀਅਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਜਿੱਥੇ ਉਹਨਾਂ ਦੇ ਨਾਂ ਦੇ ਨਾਲ ਸਰਦਾਰ ਸਵਰਨ ਸਿੰਘ ਹੀਰਾ ਲੱਗਦਾ ਸੀ ਤਾਂ ਉਹਨਾਂ ਨੇ ਬਾਕੀ ਸਾਰੀ ਜ਼ਿੰਦਗੀ ਆਪਣਾ ਉਸ ਹੀਰੇ ਤਕੱਲਸ ਨੂੰ ਆਪਣਾ ਕਾਇਮ ਰੱਖਿਆ ਤੇ ਹਮੇਸ਼ਾ ਹੀਰਾ ਬਣ ਕੇ ਆਪਣੀ ਜ਼ਿੰਦਗੀ ਨੂੰ ਬਤੀਤ ਕੀਤਾ। ਇਸ ਨਾਲ ਹੀ ਮੈਨੂੰ ਸਰਦਾਰ ਕੁਲਦੀਪ ਸਿੰਘ ਹੀਰਾ ਜੀ ਵੱਲੋਂ ਬੇਨਤੀ ਹੋਈ ਹੈ ਕਿ ਮੈਂ ਧੰਨਵਾਦ ਵੀ ਪਰਿਵਾਰ ਵੱਲੋਂ ਤੁਹਾਡਾ ਸਾਰਿਆਂ ਦਾ ਇੱਥੇ ਆਇਆ ਤੇ ਕਰਨਾ ਹੈ ਤੇ ਨਾਲ ਹੀ ਉਹਨਾਂ ਨੇ ਕੁਝ ਬੇਨਤੀਆਂ ਕੀਤੀਆਂ ਕਿ ਗੁਰਦੁਆਰਾ ਕਲਗੀਧਰ ਸਾਹਿਬ ਜੋਤੀ ਕੰਨਿਆ ਆਸ਼ਰਮ ਰੰਧਾਵਾ ਰੋਡ ਤੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਬਡਾਲਾ ਰੋਡ ਅਤੇ ਰੋਟਰੀ ਕਲੱਬ ਖਰੜ ਇਹਨਾਂ ਸਾਰਿਆਂ ਨੂੰ ਆਪਣੇ ਪਿਤਾ ਜੀ ਦੀ ਯਾਦ ਵਿੱਚ ਉਹਨਾਂ ਨੇ 20,000 ਰੁਪਏ ਦੀ ਸੇਵਾ ਕੀਤੀ ਹੈ। ਅੰਤ ਦੇ ਵਿੱਚ ਮੈਂ ਬਹੁਤਾ ਕੁਝ ਨਾ ਕਹਿੰਦਾ ਹੋਇਆ ਪਰਮਾਤਮਾ ਦੇ ਚਰਨਾਂ ਦੇ ਵਿੱਚ ਮੈਂ ਬੇਨਤੀ ਕਰਦਾ ਕਿ ਸਰਦਾਰ ਸਵਰਨ ਸਿੰਘ ਹੀਰਾ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਇੱਕ ਗੱਲ ਕਹਿਣੀ ਮੈਂ ਸਿਰਫ ਇੱਕ ਕਮੈਂਟ ਦੇ ਵਿੱਚ ਕਿ ਇਜ਼ਰਾਈਲ ਇੱਕ ਕੰਟਰੀ ਹੈ, ਉੱਥੇ ਉਹਨਾਂ ਨੇ ਫਰੂਟ ਐਗਜ਼ੀਬਿਸ਼ਨ ਲਾਈ। ਉਹਨਾਂ ਨੇ ਫਿਰ ਕੁਝ ਜ਼ਿਮੀਂਦਾਰ ਛਾਂਟੇ ਸੀ ਜੋ ਪੰਜਾਬ ਚੋਂ 5 ਜ਼ਿਮੀਂਦਾਰ ਗਏ ਸੀ ਉਹ ਐਗਜ਼ੀਬਿਸ਼ਨ ਦੇਖਣ ਲਈ। ਉਹਨਾਂ 'ਚ ਸਰਦਾਰ ਸਵਰਨ ਸਿੰਘ ਇੱਕ ਸਨ। ਦੂਜੀ ਗੱਲ, ਜਦੋਂ ਉਹਨਾਂ ਨੇ BSc ਕਰ ਲਈ, BSc ਬੜੀ ਕਮਾਲ ਦੇ ਢੰਗ ਨਾਲ ਕੀਤੀ ਸਾਧ ਸੰਗਤ। ਆਫਟਰ ਮੈਰਿਜ ਸਾਧ ਸੰਗਤ ਕੋਈ ਨਹੀਂ ਕਾਲਜਾਂ ਸਕੂਲਾਂ 'ਚ ਪੜ੍ਹਦਾ ਤਾਂ ਉਹਨਾਂ ਨੇ BSc ਕੀਤੀ। ਫਿਰ ਉਹਨਾਂ ਨੂੰ ਇੱਕ ਬੜੀ ਟੌਪ ਦੀ ਪੋਸਟ ਮਿਲੀ ਸ਼ੂਗਰ ਮਿਲ, ਜਗਾਦਰੀ ਸ਼ੂਗਰ ਮਿਲ ਮੈਨੇਜਮੈਂਟ ਦੇ ਉੱਪਰ ਉਹਨਾਂ ਦੀ ਸੀਟ ਮਿਲੀ ਉਹਨਾਂ ਨੂੰ। ਉਹਨੂੰ ਵੀ ਉਹ ਰਿਜ਼ਾਈਨ ਕਰਕੇ ਆ ਗਏ ਸੀ ਕਿ ਮੈਂ ਨਹੀਂ ਕਰਨੀ, ਕਿਉਂਕਿ ਘਰ ਵਾਲਿਆਂ ਨੇ ਕਿਹਾ ਵੀ ਤੁਸੀਂ BSc ਕੀਤੀ ਹੈ, ਨੌਕਰੀ ਕਰਨੀ ਕਿਆ ਫਾਇਦਾ, ਜ਼ਮੀਨ ਨੂੰ ਸੰਭਾਲੋ। BSc ਤਾਂ ਕੀਤੀ ਹੀ ਤੁਸੀਂ ਇਹ ਜ਼ਮੀਨ ਜਾਇਦਾਦ ਨੂੰ ਸੰਭਾਲਣ ਵਾਸਤੇ ਦੀ ਪ੍ਰੋਡਕਸ਼ਨ ਲੈਣ ਵਾਸਤੇ। ਫਿਰ ਉਹ ਇੱਥੇ ਆ ਕੇ ਉਹਨਾਂ ਨੇ ਖੇਤੀਬਾੜੀ ਕੀਤੀ ਹੈ। ਸੋ ਸਾਰੀਆਂ ਸੰਗਤਾਂ ਦਾ ਧੰਨਵਾਦ, ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਜਿਹੜੀਆਂ ਸੰਗਤਾਂ ਨੇ ਹਾਜ਼ਰੀ ਭਰੀਆਂ, ਆਪਣੇ ਰੁਝੇਵੇਂ ਭਰੀ ਜ਼ਿੰਦਗੀ 'ਚੋਂ ਆ ਕੇ ਉਹਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਕਰਨੇ ਵੀ ਚਾਹੀਦੇ ਨੇ ਸਾਧ ਸੰਗਤ। ਸੋ ਸਾਰੀਆਂ ਸੰਗਤਾਂ ਨੂੰ ਪਰਿਵਾਰ ਵੱਲੋਂ ਬੇਨਤੀ ਹੈ ਕਿ ਜਿਹਨੇ ਪ੍ਰਸ਼ਾਦੇ ਛਕ ਲਏ ਬਹੁਤ ਚੰਗੀ ਗੱਲ ਹੈ। ਅਗਰ ਕੋਈ ਕਿਸੇ ਨੇ ਪ੍ਰਸ਼ਾਦੇ ਛਕਣੇ ਛਕ ਕੇ ਜਾਣ ਤੇ ਦੇਗਾਂ ਲੈ ਕੇ ਜਾਣ ਤਾਂ ਇੰਨਾ ਕੁਝ ਕਹਿੰਦੇ ਹੋਏ ਸਟੇਜ ਦੀ ਸਮਾਪਤੀ ਹੈ। ਦਿਓ ਆ ਗਿਆ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।